पंजवीं जमात के सारे विद्यार्थियों ਨੂੰ सत श्री अकाल। प्यारे बच्चों, गणित विषय विच अज ਅਸੀਂ अध्याय 11 शुरू करांगे। नमूने भाव पैटर्न्स। ਅੱਜ ਦੀ ਕਲਾਸ ਵਿੱਚ ਅਸੀਂ ਪੈਟਰਨ ਤਿਆਰ ਕਰਨ ਦੇ ਕੁਝ ਨਿਯਮ ਸਿੱਖਾਂਗੇ ਅਤੇ ਅਭਿਆਸ ਤੇ ਸਵਾਲ ਵੀ ਹੱਲ ਕਰਾਂਗੇ। ਆਓ ਅਸੀਂ ਸ਼ੁਰੂ ਕਰਦੇ ਹਾਂ। ਪਿਆਰੇ ਬੱਚਿਓ, ਸਕਰੀਨ ਉੱਪਰ ਇਹਨਾਂ ਤਸਵੀਰਾਂ ਨੂੰ ਦੇਖੋ। ਹਰੇਕ ਤਸਵੀਰ ਵਿੱਚ ਇੱਕ ਖਾਸ ਡਿਜ਼ਾਈਨ ਨਜ਼ਰ ਆ ਰਿਹਾ ਹੈ ਅਤੇ ਇਸ ਡਿਜ਼ਾਈਨ ਨੂੰ ਵਾਰ-ਵਾਰ ਦੁਹਰਾਇਆ ਜਾ ਰਿਹਾ ਹੈ, ਜਿਸ ਨਾਲ ਇੱਕ ਖਾਸ ਨਮੂਨੇ ਬਣ ਰਹੇ ਹਨ। ਪਿਛਲੀਆਂ ਜਮਾਤਾਂ ਵਿੱਚ ਅਸੀਂ ਪੈਟਰਨ ਬਾਰੇ ਪੜ੍ਹਿਆ ਹੈ ਕਿ ਹਰ ਤਰ੍ਹਾਂ ਦੇ ਨਮੂਨਿਆਂ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੇ ਨਿਯਮ ਦੀ ਵਰਤੋਂ ਕੀਤੀ ਜਾਂਦੀ ਹੈ। ਫਿਰ ਉਹ ਚਾਹੇ ਸਾਡੀ ਜਮਾਤ ਦੀਆਂ ਖਿੜਕੀ ਦੀਆਂ ਗ੍ਰਿਲਾਂ ਹੋਣ, ਫਰਸ਼ ਦੀਆਂ ਟਾਇਲਾਂ ਜਾਂ ਫਿਰ ਸਾਡੇ ਪਹਿਨੇ ਹੋਏ ਕੱਪੜਿਆਂ ਤੇ ਬਣੇ ਹੋਏ ਨਮੂਨੇ। ਇਸ ਪੈਟਰਨ ਨੂੰ ਦੇਖੋ ਬੱਚਿਓ, ਹਰਾ लाल हरा लाल हरा, ਤਾਂ ਅਗਲਾ ਰੰਗ ਕਿਹੜਾ ਹੋਵੇਗਾ? मैडम जी लाल। ਬਿਲਕੁਲ ਠੀਕ। ਤਾਂ ਬੱਚਿਓ, ਜਦੋਂ ਅਸੀਂ ਕਿਸੇ ਤਸਵੀਰ ਜਾਂ ਸੰਖਿਆ ਨੂੰ ਨਿਯਮਬੱਧ ਤਰੀਕੇ ਨਾਲ ਅੱਗੇ ਵਧਾਉਂਦੇ ਹਾਂ ਤਾਂ ਇਸ ਤਰ੍ਹਾਂ ਕਰਨ ਨਾਲ ਪੈਟਰਨ ਬਣਦੇ ਹਨ। ਆਓ ਬੱਚਿਓ, ਅਸੀਂ ਨਮੂਨੇ ਤਿਆਰ ਕਰਨ ਦੇ ਕੁਝ ਨਿਯਮ ਸਿੱਖਦੇ ਹਾਂ। ਆਪਾਂ ਕੋਲ ਇੱਕ ਡਿਜ਼ਾਈਨ ਹੈ। ਇਸ ਨੂੰ ਘੜੀ ਦੀਆਂ ਸੂਈਆਂ ਦੀ ਦਿਸ਼ਾ ਵਿੱਚ 1/4 ਘੁਮਾਉਣ ਤੇ ਅਗਲਾ ਡਿਜ਼ਾਈਨ ਪ੍ਰਾਪਤ ਹੁੰਦਾ ਹੈ। ਵਾਰ-ਵਾਰ 1/4 ਘੁਮਾ ਕੇ ਅਸੀਂ ਅਗਲੇ ਡਿਜ਼ਾਈਨ ਪ੍ਰਾਪਤ ਕਰ ਸਕਦੇ ਹਾਂ। ਇਸ ਪ੍ਰਕਾਰ ਬੱਚਿਓ, ਆਪਾਂ ਕੋਲ ਇੱਕ ਨਮੂਨਾ ਤਿਆਰ ਹੋ ਜਾਂਦਾ ਹੈ ਅਤੇ 1/4 ਘੁਮਾਉਣਾ ਜਾਰੀ ਰੱਖਣ ਤੇ ਇਹੀ ਨਮੂਨਾ ਬਾਰ-ਬਾਰ ਦੁਹਰਾਇਆ ਜਾਂਦਾ ਹੈ। ਇੱਕ ਉਦਾਹਰਨ ਲੈ ਕੇ ਇਸੇ ਨਿਯਮ ਦੇ ਤਹਿਤ ਅਸੀਂ ਇੱਕ ਨਮੂਨਾ ਤਿਆਰ ਕਰਦੇ ਹਾਂ। ਆਪਾਂ ਕੋਲ ਇੱਕ ਆਕ੍ਰਿਤੀ ਹੈ। ਜਦੋਂ ਇਸ ਆਕ੍ਰਿਤੀ ਨੂੰ ਵਾਰ-ਵਾਰ ਘੜੀ ਦੀ ਦਿਸ਼ਾ ਵਿੱਚ 1/4 ਘੁਮਾਇਆ ਜਾਂਦਾ ਹੈ ਤਾਂ ਸਾਨੂੰ ਇੱਕ ਸੁੰਦਰ ਨਮੂਨਾ ਪ੍ਰਾਪਤ ਹੁੰਦਾ ਹੈ। ਪਿਆਰੇ ਬੱਚਿਓ, 1/4 ਘੁਮਾਉਣ ਵਾਲਾ ਨਿਯਮ ਅਸੀਂ ਘੜੀ ਦੀ ਉਲਟ ਦਿਸ਼ਾ ਵਿੱਚ ਦੁਹਰਾ ਕੇ ਵੀ ਵਿਲੱਖਣ ਨਮੂਨੇ ਪ੍ਰਾਪਤ ਕਰ ਸਕਦੇ ਹਾਂ। ਦੂਜਾ ਨਿਯਮ ਅੱਧਾ ਘੁਮਾ ਕੇ ਦੁਹਰਾਉਣ ਦਾ ਹੈ। ਅਸੀਂ ਦਿੱਤੀ ਗਈ ਆਕ੍ਰਿਤੀ ਨੂੰ ਅੱਧਾ ਘੁਮਾ ਕੇ ਅਗਲੀ ਆਕ੍ਰਿਤੀ ਪ੍ਰਾਪਤ ਕਰਦੇ ਹਾਂ। ਇਸ ਪ੍ਰਕਾਰ ਇੱਕ ਨਮੂਨਾ ਤਿਆਰ ਹੋ ਜਾਂਦਾ ਹੈ। ਅੱਧਾ ਘੁਮਾਉਣਾ ਜਾਰੀ ਰੱਖਣ ਤੇ ਇਹ ਨਮੂਨਾ ਵਾਰ-ਵਾਰ ਦੁਹਰਾਇਆ ਜਾਂਦਾ ਹੈ। ਇੱਕ ਉਦਾਹਰਨ ਨਾਲ ਸਮਝਦੇ ਹਾਂ। ਇਸ ਦਿੱਤੀ ਹੋਈ ਆਕ੍ਰਿਤੀ ਨੂੰ ਇਸ ਦੇ ਅੱਧ ਤੱਕ ਘੁਮਾਉਣ ਤੇ ਅਸੀਂ ਇੱਕ ਨਮੂਨਾ ਪ੍ਰਾਪਤ ਕਰਦੇ ਹਾਂ। ਇਸ ਨਿਯਮ ਅਨੁਸਾਰ ਨਮੂਨਿਆਂ ਨੂੰ ਘੜੀ ਦੀ ਦਿਸ਼ਾ ਵਿੱਚ ਜਾਂ ਘੜੀ ਦੀ ਉਲਟ ਦਿਸ਼ਾ ਵਿੱਚ ਵੀ ਘੁਮਾਇਆ ਜਾ ਸਕਦਾ ਹੈ। ਤੀਜਾ ਨਿਯਮ 3/4 ਘੁਮਾ ਕੇ ਦੁਹਰਾਉਣ ਦਾ ਹੈ। ਦਿੱਤੀ ਗਈ ਆਕ੍ਰਿਤੀ ਨੂੰ ਘੜੀ ਦੀ ਦਿਸ਼ਾ ਵਿੱਚ ਚੱਕਰ ਦੇ 3/4 ਹਿੱਸੇ ਤੱਕ ਘੁਮਾਇਆ ਜਾਵੇਗਾ। ਇਸ ਤਰ੍ਹਾਂ ਕਰਦੇ ਰਹਿਣ ਨਾਲ ਆਪਾਂ ਨੂੰ ਇੱਕ ਨਮੂਨਾ ਪ੍ਰਾਪਤ ਹੁੰਦਾ ਹੈ ਅਤੇ 3/4 ਘੁਮਾਉ ਨੂੰ ਜਾਰੀ ਰੱਖਣ ਤੇ ਇਹ ਨਮੂਨਾ ਬਾਰ-ਬਾਰ ਦੁਹਰਾਇਆ ਜਾਂਦਾ ਹੈ। ਜਿਵੇਂ ਕਿ ਇਸ ਆਕ੍ਰਿਤੀ ਨੂੰ ਘੜੀ ਦੀ ਦਿਸ਼ਾ ਵਿੱਚ ਵਾਰ-ਵਾਰ 3/4 ਘੁਮਾ ਕੇ ਅਸੀਂ ਸੁੰਦਰ ਨਮੂਨੇ ਤਿਆਰ ਕਰ ਸਕਦੇ ਹਾਂ। ਇਹਨਾਂ ਨੂੰ ਘੜੀ ਦੀ ਉਲਟ ਦਿਸ਼ਾ ਵਿੱਚ ਵੀ ਘੁਮਾਇਆ ਜਾ ਸਕਦਾ ਹੈ। ਇੱਥੇ ਇੱਟਾਂ ਦੀ ਵਰਤੋਂ ਕਰਦੇ ਹੋਏ ਮਿਸਤਰੀ ਨੇ ਵੱਖ-ਵੱਖ ਤਰ੍ਹਾਂ ਦੇ ਨਮੂਨੇ ਤਿਆਰ ਕੀਤੇ ਹਨ। ਇਹਨਾਂ ਵਿੱਚੋਂ ਕੁਝ ਪੈਟਰਨ ਚੱਕਰ ਦੇ ਆਕਾਰ ਦੇ ਹਨ ਅਤੇ ਕੁਝ ਪੈਟਰਨ ਇੱਟਾਂ ਨੂੰ ਅੱਧਾ, 1/4 ਜਾਂ 3/4 ਘੁਮਾ ਕੇ ਬਣਾਏ ਗਏ ਹਨ। ਤਾਂ ਬੱਚਿਓ, ਇਹਨਾਂ ਨਿਯਮਾਂ ਦੀ ਵਰਤੋਂ ਕਰਦੇ ਹੋਏ ਅਸੀਂ ਸੰਖਿਆਵਾਂ, ਆਕ੍ਰਿਤੀਆਂ ਅਤੇ ਸਥੂਲ ਵਸਤਾਂ ਤੋਂ ਕਈ ਤਰ੍ਹਾਂ ਦੇ ਪੈਟਰਨ ਤਿਆਰ ਕਰ ਸਕਦੇ ਹਾਂ। ਪਿਆਰੇ ਬੱਚਿਓ, ਅਸੀਂ ਪੈਟਰਨ ਤਿਆਰ ਕਰਨੇ ਸਿੱਖ ਲਏ ਹਨ। ਇਸੇ ਆਧਾਰ ਤੇ ਹੁਣ ਅਸੀਂ ਅਭਿਆਸ 11.1 ਦਾ ਪਹਿਲਾ ਸਵਾਲ ਹੱਲ ਕਰਾਂਗੇ। ਇਸ ਵਿੱਚ ਅਸੀਂ ਦਿੱਤੇ ਹੋਏ ਨਮੂਨਿਆਂ ਨੂੰ ਦੇਖਦੇ ਹੋਏ ਲੜੀ ਨੂੰ ਅੱਗੇ ਪੂਰਾ ਕਰਨਾ ਹੈ। ਭਾਗ A ਦੇ ਪੈਟਰਨ ਨੂੰ ਦੇਖ ਕੇ ਪਤਾ ਚੱਲਦਾ ਹੈ ਕਿ ਆਕ੍ਰਿਤੀਆਂ ਨੂੰ ਘੜੀ ਦੀ ਦਿਸ਼ਾ ਵਿੱਚ 1/4 ਘੁਮਾਇਆ ਜਾ ਰਿਹਾ ਹੈ। ਤਾਂ ਅਸੀਂ ਵਾਰ-ਵਾਰ 1/4 ਘੁਮਾ ਕੇ ਅਗਲੀਆਂ ਆਕ੍ਰਿਤੀਆਂ ਪ੍ਰਾਪਤ ਕਰਾਂਗੇ। ਹੁਣ ਰੰਗਾਂ ਦੇ ਪੈਟਰਨ ਨੂੰ ਦੇਖੀਏ ਤਾਂ ਪਹਿਲਾਂ ਲਾਲ, ਫਿਰ ਪੀਲਾ ਅਤੇ ਫਿਰ ਹਰਾ। ਇਸੇ ਤਰ੍ਹਾਂ ਅਗਲੀਆਂ ਆਕ੍ਰਿਤੀਆਂ ਵਿੱਚ ਵੀ ਪਹਿਲਾਂ ਲਾਲ, ਫਿਰ ਪੀਲਾ ਅਤੇ ਫਿਰ ਹਰਾ ਰੰਗ ਭਰਦੇ ਹੋਏ ਇਸ ਲੜੀ ਨੂੰ ਪੂਰਾ ਕਰਾਂਗੇ। ਹੁਣ ਅਸੀਂ ਭਾਗ C ਹੱਲ ਕਰਾਂਗੇ। ਦਿੱਤੇ ਹੋਏ ਨਮੂਨਿਆਂ ਨੂੰ ਦੇਖ ਕੇ ਪਤਾ ਚੱਲ ਰਿਹਾ ਹੈ ਕਿ ਆਕ੍ਰਿਤੀਆਂ ਨੂੰ ਘੜੀ ਦੀ ਉਲਟ ਦਿਸ਼ਾ ਵਿੱਚ 1/4 ਘੁਮਾਇਆ ਜਾ ਰਿਹਾ ਹੈ। ਤਾਂ ਅਸੀਂ ਇਸੇ ਤਰ੍ਹਾਂ ਆਕ੍ਰਿਤੀਆਂ ਨੂੰ ਘੜੀ ਦੀ ਉਲਟ ਦਿਸ਼ਾ ਵਿੱਚ ਬਾਰ-ਬਾਰ 1/4 ਘੁਮਾਉਂਦੇ ਹੋਏ ਅਗਲੀਆਂ ਆਕ੍ਰਿਤੀਆਂ ਪ੍ਰਾਪਤ ਕਰਾਂਗੇ ਅਤੇ ਰੰਗਾਂ ਦਾ ਪੈਟਰਨ ਜਿਵੇਂ ਕਿ ਪਹਿਲੇ ਦਿੱਤਾ ਗਿਆ ਹੈ
ਨੀਲਾ, ਗੁਲਾਬੀ ਅਤੇ ਹਰਾ। ਹੁਣ ਅਸੀਂ ਪ੍ਰਸ਼ਨ 2 ਹੱਲ ਕਰਦੇ ਹਾਂ। ਨਮੂਨਿਆਂ ਨੂੰ ਦੇਖ ਕੇ ਅਸੀਂ ਅਗਲੇ 2 ਪਦ ਪੂਰੇ ਕਰਨੇ ਹਨ। ਉੱਪਰ ਤੋਂ ਹੇਠਾਂ ਤੱਕ ਅਸੀਂ ਇੱਕ ਇੱਕ ਭਾਗ ਨੂੰ ਦੇਖਾਂਗੇ। ਪਹਿਲੀ ਸੰਖਿਆ ਵਿੱਚ 9, 9, 8, 9, 8, 7। ਤਾਂ ਇਸੇ ਤਰ੍ਹਾਂ ਅੱਗੇ ਵੀ ਅਸੀਂ ਇੱਕ ਪਿਛਲਾ ਅੰਕ ਨਾਲ ਲਿਖਦੇ ਜਾਵਾਂਗੇ। ਅੱਗੇ ਚੱਲੀਏ 1, 2, 3। ਤਾਂ ਅੱਗੇ ਆਵੇਗਾ 4 ਅਤੇ 5। ਉਸ ਤੋਂ ਅਗਲੇ ਹਿੱਸੇ ਵਿੱਚ ਕੋਈ ਵੀ ਬਦਲਾਵ ਨਹੀਂ ਹੈ ਅਤੇ ਅਗਲੇ ਹਿੱਸੇ ਵਿੱਚ ਹਰ ਵਾਰ ਇੱਕ ਅਗਲਾ ਅੰਕ ਨਾਲ ਲਿਖਿਆ ਜਾ ਰਿਹਾ ਹੈ। ਤਾਂ ਇਸ ਪ੍ਰਕਾਰ ਅਸੀਂ ਇਸ ਨਮੂਨੇ ਨੂੰ ਪੂਰਾ ਕਰ ਸਕਦੇ ਹਾਂ। ਸੋ ਬੱਚਿਓ, ਘਰ ਦੇ ਕੰਮ ਵਿੱਚ ਤੁਸੀਂ ਅਭਿਆਸ 11.1 ਦੇ ਪਹਿਲੇ 2 ਪ੍ਰਸ਼ਨ ਹੱਲ ਕਰਨੇ ਹਨ। ਧੰਨਵਾਦ।